ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇ ਵਸਾਇਆ। ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ। ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ
ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦੇ ਵਸਾਇਆ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 625 ਅਤੇ 626 ਦੇ ਉੱਤੇ ਸਭਾਇਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਹੁਕਮ ਰਾਹੀਂ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸ਼ਬਦ ਦਾ ਸੰਖੇਪ ਜਿਹਾ ਭਾਵ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਭਾਈ ਜਿੰਦੇ ਹਿਰਦੇ ਘਰ ਦੇ ਵਿੱਚ ਰੱਬ ਪਰਮੇਸ਼ਰ ਵਸ ਜਾਏ, ਜਿੰਦੀ ਸਿਮਰਨੀ ਦੇ ਵਿੱਚ, ਜਿੰਦੇ ਯਾਦ ਦੇ ਵਿੱਚ, ਚੇਤੇ ਦੇ ਵਿੱਚ ਰੱਬ ਵਸ ਜਾਏ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਗੁਰੂ ਕਿਰਪਾ ਕਰਦਾ ਹੈ, ਸੋ ਘਰ ਦੇ ਵਸਾਇਆ। ਉਹ ਰੱਬ ਜੋ ਪ੍ਰੇਰਨਾਤਮਕ ਹੈ, ਉਹ ਇਸ ਹਿਰਦੇ ਰੂਪੀ ਘਰ ਨੂੰ ਸੁੱਖਾਂ ਦੇ ਨਾਲ ਵਸਾ ਦਿੰਦਾ ਹੈ। ਇਹਦੇ ਵਿੱਚ ਸਦੀਵੀ ਸੁੱਖ ਟਿਕ ਜਾਂਦੇ ਨੇ ਔਰ ਗੁਰੂ ਸਾਹਿਬ ਨੇ ਜੀ ਕਿਰਪਾ ਕੀਤੀ ਹੈ। ਪਰ ਕਿੱਥੇ ਟਿਕਦੇ ਨੇ ਸਦੀਵੀ ਸੁੱਖ, ਹੁੰਦਾ ਕਿੱਥੇ ਹੈ? ਕਹਿੰਦੇ ਜਿਤ ਪਾਰ ਬ੍ਰਹਮ ਚਿਤ ਆਇਆ। ਜਿਤ ਜਿਹੜੇ ਵੀ ਹਿਰਦੇ ਘਰ ਵਿੱਚ, ਜਿਹੜੇ ਵੀ ਥਾਂ ਤੇ, ਦੇਖੋ ਭਾਵੇਂ ਉਹ ਘਰ ਅੰਦਰ ਦਾ ਹੋਵੇ ਤੇ ਭਾਵੇਂ ਉਹ ਘਰ ਬਾਹਰ ਬਣਿਆ ਹੋਇਆ ਇੱਟਾਂ ਦਾ ਹੋਵੇ, ਭਾਵੇਂ ਉਹ ਕੋਈ ਸ਼ਹਿਰ ਹੋਵੇ, ਨਗਰ ਹੋਵੇ, ਭਾਵੇਂ ਬੀਆਬਾਨ ਜੰਗਲ ਹੋਵੇ, ਕੋਈ ਬਹੁਤ ਵੱਡਾ ਮਹੱਲ ਹੋਵੇ ਤੇ ਭਾਵੇਂ ਕੱਖਾਂ ਦੀ ਕੁੱਲੀ ਹੋਵੇ। ਜਿੱਤ ਦਾ ਅਰਥ ਹੈ ਜਿਹੜੀ ਵੀ ਥਾਂ ਤੇ ਰੱਬ ਚਿੱਤੇ ਆਇਆ ਹੈ ਤੇ ਫਿਰ ਰੱਬ ਪਰਮੇਸ਼ਰ ਨੇ ਕਿਰਪਾ ਕੀਤੀ, ਉਸ ਘਰ ਨੂੰ ਸੁਖੀ ਜ਼ਰੂਰ ਵਸਾਇਆ ਹੈ। ਸੋ ਘਰ ਦੇ ਵਸਾਇਆ। ਘਰ ਤੇ ਬਾਹਰ ਵਾਲੇ ਵੀ ਵਸਦੇ ਨੇ, ਪਰ ਉਹ ਘਰ ਦਏ ਜਿਹੜਾ ਪ੍ਰੇਰਨਾਤਮਕ ਹੈ, ਜਿਹੜਾ ਰੱਬ ਹੈ, ਦਏ ਦਾ ਅਰਥ ਪਰਮੇਸ਼ਰ ਹੈ। ਉਹ ਪਰਮੇਸ਼ਰ ਨੇ ਉਸ ਘਰ ਨੂੰ ਵਸਾ ਦਿੱਤਾ ਤੇ ਜਿਹੜੇ ਘਰ ਨੂੰ ਪਰਮੇਸ਼ਰ ਵਸਾਏ, ਫਿਰ ਉਸ ਘਰ ਨੂੰ ਹਕੀਕਤ ਹੈ ਕਿ ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿੰਨੇ ਮਰਜ਼ੀ ਚੋਰ ਲੱਗ ਜਾਣ, ਉਸ ਘਰ ਨੂੰ ਕੋਈ ਉਜਾੜ ਸਕਦਾ ਨਹੀਂ। ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕੇਵਲ ਹਿਰਦੇ ਘਰ ਦੀ ਗੱਲ ਨਹੀਂ, ਸਤਿਗੁਰੂ ਜੀ ਬਾਹਰ ਦੇ ਘਰਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਭਈ ਜਿੱਥੇ ਵੀ ਰੱਬ ਚੇਤੇ ਆ ਜੇ। ਉਰੇ ਪਾਵਨ ਬਚਨ ਕਹੇ ਕਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਏ ਨ ਚੁਬਾਰੇ। ਉਹ ਚੁਬਾਰੇ, ਉਹ ਵੱਡੇ ਘਰ ਮਹੱਲ ਸੋਨੇ ਦੇ ਵਾਂਗ ਸੋਹਣੇ ਨੇ, ਚਮਕ ਨੇ ਉਹਨਾਂ ਦੇ ਅੰਦਰ, ਜਿਨ੍ਹਾਂ ਦੇ ਅੰਦਰ ਰੱਬ ਵਸਦਾ ਹੈ, ਜਿਨ੍ਹਾਂ ਦੇ ਅੰਦਰ ਰੱਬ ਚੇਤਾ ਹੁੰਦਾ ਹੈ, ਜਿਹੜੇ ਮਹੱਲਾਂ ਦੇ ਵਿੱਚ ਰਹਿ ਕੇ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ। ਔਰ ਨਾਲ ਹੀ ਕਿਰਪਾ ਕੀਤੀ, ਦੂਸਰਾ ਬਚਨ ਕਹਿ ਦਿੱਤਾ। ਪਰ ਜੇ ਵੱਡੇ ਵੱਡੇ ਘਰ ਲੈ ਕੇ, ਕਾਰਾਂ ਲੈ ਕੇ, ਕੋਠੀਆਂ ਲੈ ਕੇ, ਰੱਬ ਨੇ ਦਿੱਤੀਆਂ ਹੋਈਆਂ ਦਾਤਾਂ ਨੂੰ ਲੈ ਕੇ, ਦੇਣ ਵਾਲਾ ਦਾਤਾ ਚੇਤੇ ਨਹੀਂ ਨਾ ਆਇਆ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਲੋਕਾਂ ਦੀ ਨਜ਼ਰ ਵਿੱਚ ਉਹ ਭਾਵੇਂ ਘਰ ਬੜਾ ਵੱਡਾ ਮਹੱਲ ਹੋਵੇ, ਬੜਾ ਸੁਖੀ ਲੱਗਦਾ ਹੋਵੇ, ਪਰ ਰੱਬ ਪਰਮੇਸ਼ਰ ਦੀ ਨਜ਼ਰ ਵਿੱਚ ਉਹ ਉਜਾੜ ਹੈ, ਜੰਗਲ ਹੈ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ
ਜਿੱਥੈ ਨਾਮ ਜਪਿਆ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੋਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਓ। ਉਹ ਨਗਰ, ਉਹ ਸ਼ਹਿਰ, ਉਹ ਮਹੱਲ ਲੋਕਾਂ ਦੇ ਲਈ ਚਮਕਦੇ ਹੋਏ ਰੌਣਕਾਂ ਵਾਲੇ ਹੋਣਗੇ, ਪਰ ਮੇਰੇ ਰੱਬ ਪਰਮੇਸ਼ਰ ਦੀ ਨਜ਼ਰ ਵਿੱਚ ਉਜਾੜੀ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਘਰ ਭਾਵੇਂ ਵੱਡਾ ਮਹੱਲ ਹੋਵੇ, ਤੇ ਭਾਵੇਂ ਭਗਤ ਜੀ ਕਹਿੰਦੇ ਨੇ ਉਹ ਘਰ ਭਾਵੇਂ ਫਿਰ ਕੱਖਾਂ ਦੀ ਕੁੱਲੀ ਹੋਵੇ। ਜਿੱਥੇ ਰੱਬ ਚੇਤੇ ਹੈ ਉੱਥੇ ਭਗਤ ਜੀ ਕਹਿੰਦੇ ਨੇ ਕਿ ਭਲੀ ਸੁਹਾਵੇ ਛਾਪਰੀ, ਜਾ ਮਹਿ ਗੁਣ ਗਾਏ। ਜੇ ਕੱਖਾਂ ਦੇ ਛੱਪਰ ਮਿਲ ਗਈ ਤੇ ਉਹ ਵੀ ਭਲੀ ਹੈ ਜੋ ਉੱਥੇ ਰੱਬ ਚੇਤੇ ਹੈ। ਫਿਰ ਉਤੋਂ ਵਰਗਾ ਸੁੱਖ, ਉਤੋਂ ਵਰਗਾ ਆਨੰਦ ਹੋਰ ਕਿਤੇ ਨਹੀਂ। ਪਰ ਨਾਲ ਹੀ ਕਹਿੰਦੇ ਨੇ ਕਿਤ ਹੀ ਕਾਮ ਨਾ ਧਉ ਲਹਾਰ, ਜਿਤ ਹਰ ਬਿਸਰਾਏ। ਉਸ ਕੱਖਾਂ ਦੀ ਸੋਹਣੀ ਝੁੱਗੀ ਨਾਲੋਂ ਕਹਿੰਦੇ ਕੋਈ ਚੀਜ਼ ਚੰਗੀ ਨਹੀਂ, ਭਾਵੇਂ ਵੱਡੇ ਤੋਂ ਵੱਡਾ ਮਹੱਲ ਆ ਜੇ ਸਾਹਮਣੇ, ਉਹ ਕਿਹੜੇ ਕੰਮ ਦਾ? ਉਹ ਵੱਡੀਆਂ ਕੋਠੀਆਂ ਕਿਹੜੇ ਕੰਮ ਦੀਆਂ ਕਿ ਜਿਨ੍ਹਾਂ ਦੇ ਵਿੱਚ ਰਹਿ ਕੇ ਰੱਬ ਚੇਤੇ ਹੀ ਨਹੀਂ ਆਉਣਾ, ਜਿੰਦੇ ਵਿੱਚ ਰਹਿ ਕੇ ਰੱਬ ਭੁੱਲ ਹੀ ਜਾਣਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਫਿਰ ਉਹ ਵੱਡੀਆਂ ਕੋਠੀਆਂ, ਵੱਡੇ ਮਹੱਲ, ਵੱਡੇ ਵੱਡੇ ਘਰਾਂ ਨਾਲੋਂ ਤਾਂ ਸਾਡੀ ਇਹ ਕੱਚੀ ਜਿਹੀ ਕੁੱਲੀ ਨਹੀਂ ਚੰਗੀ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ, ਕਹਿੰਦੇ ਕਬੀਰ ਸੰਤਨ ਕੇ ਝੁੱਗੀਆਂ ਭਲੀ, ਪੱਟ ਕੁਸਤੇ ਗਾਓ। ਕਹਿੰਦੇ ਉਹਨਾਂ ਮਹੱਲਾਂ ਨੂੰ, ਉਹਨਾਂ ਨਗਰਾਂ ਨੂੰ ਅੱਗ ਲਾ ਕੇ ਸਾੜ ਦਿਓ, ਸੁੱਟੋ ਭੱਠੀ 'ਚ ਪੜਾ। ਜਿੰਦੇ 'ਚ ਰੱਬ ਹੀ ਨਹੀਂ ਚੇਤੇ ਆਉਣਾ, ਰੱਬ ਹੀ ਜਿੰਨਾ 'ਚ ਰਹਿ ਕੇ ਭੁੱਲ ਜਾਣਾ ਹੈ, ਫਿਰ ਉਹਦੇ ਨਾਲੋਂ ਤੇ ਸੰਤਾਂ ਦੀ ਝੁੱਗੀ ਚੰਗੀ ਨਹੀਂ, ਜਪਣ ਵਾਲਿਆਂ ਦੀ ਤਾਂ ਕੁੱਲੀ ਚੰਗੀ ਹੈ। ਔਰ ਇਹ ਪਾਵਨ ਬਚਨ ਗੁਰੂ ਸਾਹਿਬ ਨੇ ਕਹਿੰਦੇ ਥਾਨ ਪਵਿੱਤਰਾ, ਮਾਨ ਪਵਿੱਤਰਾ, ਪਵਿੱਤਰ ਸੁਣਨ ਕਹਿਣ ਹਾਰੇ। ਜਿੱਤ ਦਾ ਅਰਥ ਇਹ ਹੈ ਕਿ ਜਿੱਥੇ ਵੀ ਜਿੱਤ ਪਾਰ ਬ੍ਰਹਮ ਜਿੱਤੇ ਆਇਆ, ਕਹਿੰਦੇ ਨੇ ਉਹ ਥਾਂ ਪਵਿੱਤਰ ਹੈ, ਉਹ ਮਨ ਪਵਿੱਤਰ ਹੈ, ਉਹ ਕਹਿਣ ਵਾਲੇ ਪਵਿੱਤਰ ਨੇ, ਸੁਣਨ ਵਾਲੇ ਵੀ ਪਵਿੱਤਰ ਨੇ। ਔਰ ਸੁਣਨ ਵਾਲੇ ਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਪਵਿੱਤਰ ਨਾਲੋਂ ਵੀ ਪੁਨੀਤ ਨੇ। ਉਹ ਸੁਣਨ ਵਾਲੇ ਵੀ ਪਵਿੱਤਰ, ਕਹਿਣ ਵਾਲੇ ਵੀ ਪਵਿੱਤਰ। ਜਿੱਥੇ ਨਾਮ ਜਪਿਆ ਜਾਂਦਾ, ਜਿੱਥੇ ਕਿਹਾ ਜਾਂਦਾ, ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਘਰ ਵੀ ਪਵਿੱਤਰ ਹੈ, ਭਾਵੇਂ ਉਹ ਕੱਖਾਂ ਦਾ ਘਰ ਹੋਵੇ ਤੇ ਭਾਵੇਂ ਵੱਡੇ ਸਾਰੀ ਕੋਠੀ ਹੋਵੇ, ਪਵਿੱਤਰ ਹੈ ਜੇ ਨਾਮ ਚੇਤੇ ਹੈ। ਕਹਿੰਦੇ ਥਾਨ ਪਵਿੱਤਰਾ, ਮਨ ਪਵਿੱਤਰਾ, ਪਵਿੱਤਰ ਸੁਣਨ ਕਹਿਣ ਹਾਰੇ। ਕਹੋ ਨਾਨਕ ਤਿਹ ਭਵਨ ਪਵਿੱਤਰਾ, ਜਾ ਮੈਂ ਸੰਤ ਤੁਮਾਰੇ। ਜਿਹੜੇ ਘਰ ਵਿੱਚ ਤੇਰੇ ਜਪਣ ਵਾਲੇ ਰਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹ ਘਰ ਪਵਿੱਤਰ ਹੀ ਨੇ, ਉਹ ਥਾਨ ਪਵਿੱਤਰ ਹੀ ਨੇ। ਔਰ ਇਹ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਵੱਡੇ ਵੱਡੇ ਘਰ ਨੇ ਉਹ ਪਵਿੱਤਰ ਹੁੰਦੇ ਹੀ ਨਹੀਂ। ਵੱਡੇ ਘਰ ਬਣਾਉਣੇ ਚਾਹੀਦੇ ਨੇ, ਮਹੱਲ ਬਣਾਉਣੇ ਚਾਹੀਦੇ ਨੇ, ਰੱਬ ਨੇ ਦਾਤਾਂ ਦਿੱਤੀਆਂ ਨੇ, ਖੁੱਲ੍ਹ ਕੇ ਵਰਤਣੀਆਂ ਚਾਹੀਦੀਆਂ ਨੇ। ਪਰ ਜੇ ਉਹ ਦਾਤਾਂ ਲੈ ਕੇ ਵੱਡੇ ਘਰ, ਵੱਡੀਆਂ ਕੋਠੀਆਂ ਲੈ ਕੇ, ਵੱਡੀਆਂ ਵੱਡੀਆਂ ਕਾਰਾਂ ਲੈ ਕੇ ਦੇਣ ਵਾਲੇ ਨੂੰ ਭੁੱਲ ਜਾਏ, ਤੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਮਹੱਲ 'ਤੇ ਅੱਗ ਲਾ ਕੇ ਫੂਕ ਦਿਓ। ਨਹੀਂ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਿੱਖਾ ਤੈਨੂੰ ਵੱਡੇ ਘਰ ਬਣਾਉਣੇ ਮਨਾ ਥੋੜ੍ਹੀ ਕੀਤੇ ਨੇ, ਬਣਾ ਰੱਜ ਕੇ ਬਣਾ। ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ, ਸ਼੍ਰੀ ਰਾਗ ਦੇ ਵਿੱਚ ਪਹਿਲੇ ਸ਼ਬਦ ਹੈ। ਰਾਗਾਂ ਦੀ ਲੜੀ ਵਿੱਚ ਉਹ ਰਾਗ ਵੀ ਪਹਿਲਾ ਹੈ, ਸ਼ਬਦ ਵੀ ਪਹਿਲਾ ਹੈ। ਸਤਿਗੁਰੂ ਕਹਿੰਦੇ ਨੇ ਸਿੱਖਾ ਜੇ ਤੈਨੂੰ ਰੱਬ ਨੇ ਦਾਤਾਂ ਦਿੱਤੀਆਂ ਨਾ, ਫਿਰ ਸੰਕੋਚੀ ਨਾ, ਖੁੱਲ੍ਹਾ ਵਰਤੀ। ਲੋਕ ਇੱਟਾਂ ਦਾ, ਸੀਮੈਂਟ ਦਾ ਤੇ ਬਜਰੀ ਪਾ ਕੇ ਘਰ ਬਣਾਉਂਦੇ ਨੇ, ਤੂੰ ਉੱਥੇ ਇੱਟਾਂ ਦੀ ਥਾਂ ਤੇ ਮੋਤੀਆਂ ਦੀ ਦੀਵਾਰਾਂ ਚਿਣਦੇ। ਲੋਕ ਪਲਸਤਰ ਕਰਦੇ ਨੇ, ਪਲਸਤਰ ਦੀ ਥਾਂ ਤੇ ਤੂੰ ਆਪਣੇ ਘਰ ਦੇ ਵਿੱਚ ਸਾਰੇ ਪਾਸੇ ਹੀਰੇ ਜੜਦੇ। ਹੁਣ ਹੀਰੇ ਮੋਤੀਆਂ ਦੇ ਘਰ ਬਣਦੇ ਤੇ ਨਹੀਂ, ਪਰ ਇੱਥੇ ਕਹਿਣ ਦਾ ਭਾਵ ਹੈ ਕਿ ਤੂੰ ਕੀਮਤੀ ਤੋਂ ਕੀਮਤੀ ਆਪਣਾ ਘਰ ਬਣਾ, ਕੀਮਤੀ ਤੋਂ ਕੀਮਤੀ ਸਮਾਨ ਲਾ, ਕਿਉਂਕਿ ਕਿਸੇ ਦਾ ਖੋਹ ਕਦੇ ਨਹੀਂ ਨਾ ਲਾਇਆ, ਆਪਣੀ ਕਮਾਈ ਦਾ ਬਣਾਇਆ ਤੇ ਬਣਾ, ਰੱਜ ਕੇ ਬਣਾ। ਪਰ ਨਾਲ ਗੁਰੂ ਸਾਹਿਬ ਜੀ ਸੁਚੇਤ ਕਰਦੇ ਨੇ
ਭਾਈ ਸਿੱਖਾ ਏਡੀਆਂ ਦਾਤਾਂ ਲੈ ਕੇ, ਏਡਾ ਕੀਮਤੀ ਘਰ ਬਣਾ ਕੇ, ਘਰ ਲੈ ਕੇ, ਉਹ ਦਾਤਾ ਦੇਣ ਵਾਲੇ ਦਾਤਾਰ ਨੂੰ ਕਿਤੇ ਭੁੱਲ ਨਾ ਜਾਈ। ਕਿਉਂਕਿ ਜੇ ਭੁੱਲ ਗਿਆ ਤੇ ਫਿਰ ਭਗਤ ਜੀ ਕਹਿੰਦੇ ਨੇ, ਕਿਤੇ ਹੀ ਕਾਮ ਨਾ ਧੌ ਲਹਾਰ, ਜਿਤ ਹਰ ਬਿਸਰਾਏ। ਫਿਰ ਉਹ ਕਿਸੇ ਕੰਮ ਦੇ ਨਹੀਂ, ਮੋਤੀਆਂ ਹੀਰਿਆਂ ਦੇ ਬਣੇ ਹੋਏ ਘਰ। ਧੰਨ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ, ਮੋਤੀ ਤਾਂ ਮੰਦਰ ਉਸਰੈ, ਰਤਨੇ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ, ਲੇ ਪਿਆਵੇ ਚਾਓ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਭਾਈ ਸਾਰਾ ਕੁਛ ਚੰਗਾ, ਮਾੜਾ ਨਹੀਂ, ਪਰ ਅਖੀਰ ਤੇ ਚੇਤੇ ਕਰਾਉਂਦੇ ਨੇ, ਕਹਿੰਦੇ ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਉਰੇ ਪੰਕਤੀ ਜਿਹੜੀ ਹੈ ਨਾ, ਪਦੇ ਦੇ ਅਖੀਰ ਤੇ ਦੇਖੋ ਇੱਕੋ ਪੰਕਤੀ ਹੈ। ਇੱਕ ਪੰਕਤੀ ਦੇ ਵਿੱਚ ਇੱਕ ਗੱਲ ਨੂੰ ਤਿੰਨ ਤਰੀਕਿਆਂ ਦੇ ਨਾਲ ਕਿਹਾ ਹੈ ਕਿ ਮਤ ਦੇਖ, ਮਤਾ ਵੇਖੀ ਕਿਤੇ, ਭੁੱਲਾਂ ਭੁੱਲ ਨਾ ਜਾਏ, ਵਿਸਰਾ। ਹੁਣ ਭੁੱਲਾਂ ਤੇ ਵਿਸਰਾ ਅਰਥ ਤਾਂ ਇੱਕੋ ਹੀ ਹੈ ਨਾ, ਭੁੱਲ ਨਾ ਜਾਏ, ਵਿਸਰ ਨਾ ਜਾਏ, ਮਤਾ ਵੇਖੀ ਕਿਤੇ, ਚਿੱਤ ਨਾ ਆਵਸ ਨਾ ਹੋ। ਤਿੰਨ ਵਾਰੀ ਸ਼ਬਦ ਵਰਤਿਆ, ਜਿੰਦਾ ਅਰਥ ਇੱਕੋ ਹੀ ਹੈ ਕਿ ਦੇਣ ਵਾਲਾ ਦਾਤਾ ਕਿਤੇ ਭੁੱਲ ਨਾ ਜਾਏ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿੱਥੇ ਨਹੀਂ ਭੁੱਲਦਾ ਚਿੱਤੇ ਰਹਿੰਦਾ ਹੈ। ਜਿਤ ਪਾਰ ਬ੍ਰਹਮ ਚਿਤੇ ਆਇਆ, ਸੋ ਘਰ ਦਈ ਵਸਾਇਆ। ਉਸ ਰੱਬ ਨੇ, ਪਰਮੇਸ਼ਰ ਨੇ ਉਸ ਘਰ ਨੂੰ ਵਸਾ ਦਿੱਤਾ। ਔਰ ਉਹ ਘਰ ਭਾਵੇਂ ਕੋਈ ਵੀ ਹੋਵੇ, ਦੇਖੋ ਘਰ ਜਿਹੜਾ ਹੈ, ਇੱਕ ਤੇ ਘਰ ਇਹ ਜਿਹੜਾ ਇੱਟਾਂ ਦਾ ਅੱਜ ਕੱਲ੍ਹ ਬਣਿਆ, ਇੱਟਾਂ ਦਾ ਕਹਿ ਲਈਏ, ਮਾਰਬਲ ਦਾ ਬਣਿਆ ਹੋਇਆ ਕੀਮਤੀ ਘਰ ਹੈ ਜਿਹੜੇ ਅਸੀਂ ਬਣਾਏ। ਤੇ ਘਰ ਜਿਹੜੇ ਕੇਵਲ ਸਰੀਰਾਂ ਦੇ ਰਹਿਣ ਵਾਸਤੇ ਨਹੀਂ, ਇਹ ਜਿਹੜਾ ਸਰੀਰ ਘਰ ਵੀ ਮਿਲਿਆ, ਇਹ ਕੇਵਲ ਰਹਿਣ ਵਾਸਤੇ ਨਹੀਂ ਮਿਲਿਆ ਭਾਈ। ਇਸ ਘਰ ਦੇ ਵਿੱਚ ਰਹਿ ਕੇ ਤੂੰ ਕੁਝ ਕਰਨਾ ਵੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਫਿਰ ਕਰੀਏ ਕੀ। ਔਰ ਰਹਿਤਨਾਮਿਆਂ ਦੇ ਬਚਨ ਨੇ, ਰਹਿਤਨਾਮਿਆਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਘਰ ਤਾਂ ਹੀ ਚੰਗਾ ਲੱਗਦਾ ਹੈ, ਜੇ ਘਰ ਬਣਾਇਆ ਹੈ ਤੇ ਬਣਾਓ ਜੀ ਸਦਕੇ, ਪਰ ਚੰਗਾ ਤਾਂ ਹੈ ਜੇ ਉਸ ਘਰ ਵਿੱਚ ਰਹਿ ਕੇ ਤੂੰ ਕੁਝ ਕਰੇ ਤੇ ਕਰੇਂਗੀ ਜੀ। ਉੱਥੇ ਰਹਿਤਨਾਮਿਆਂ ਦੇ ਬੋਲ ਨੇ, ਕਹਿੰਦੇ ਸਿੱਖੇ ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੇ ਅਪਾਰ। ਭਾਈ ਪਤੀ ਹੈ, ਪਤਨੀ ਹੈ, ਸਿੱਖ ਹੈ, ਸਿੱਖਣੀ ਹੈ, ਆਪਸ ਵਿੱਚ ਮਿਲ ਕੇ ਬੈਠਣ, ਗੁਰੂ ਦੇ ਸ਼ਬਦ ਦੀ ਜਿੰਨੀ ਹੋ ਸਕੇ ਚਰਚਾ ਕਰਨ, ਵਿਚਾਰ ਕਰਨ, ਤੇ ਇਕੱਲੇ ਆਪ ਹੀ ਨਹੀਂ। ਕਹਿੰਦੇ ਸਿੱਖ ਸਿੱਖਣੀ ਮਿਲ ਬਹਿ, ਕਹਿੰਦੇ ਚਰਚਾ ਕਰੇ ਅਪਾਰ। ਫਿਰ ਭਜਨ ਸਿਖਾਵੈ ਪੁੱਤਰ ਕੋ, ਹਰ ਭਜ ਬਾਰੰਬਾਰ। ਆਪ ਚਰਚਾ ਕਰਨ, ਆਪਣੇ ਧੀਆਂ ਪੁੱਤਰਾਂ ਨੂੰ ਸਿਖਾਉਣ ਕਿ ਭਾਈ ਬਾਣੀ ਪੜ੍ਹਨੀ ਹੈ, ਬਾਣੀ ਵਿਚਾਰਨੀ ਹੈ, ਬਾਰ ਬਾਰ ਉਹਨੂੰ ਸਿਮਰਨਾ, ਭਜਨਾ ਹੈ। ਪਰ ਖਿਮਾ ਕਰਨਾ, ਕਿਤੇ ਨਾ ਕਿਤੇ ਧੀਆਂ ਪੁੱਤਰਾਂ ਨੂੰ ਅਸੀਂ ਆਪ ਦੂਰ ਕਰ ਰਹੇ ਹਾਂ। ਸਾਨੂੰ ਲੱਗਦਾ ਕਿ ਜੇ ਸਾਡਾ ਧੀ ਪੁੱਤਰ ਪਾਠ ਕਰਨਾ ਸਿੱਖ ਗਿਆ, ਕਿਤੇ ਪਾਠੀ ਨਾ ਬਣ ਜਾਏ, ਕਿਤੇ ਗ੍ਰੰਥੀ ਨਾ ਬਣ ਜਾਏ। ਵੈਸੇ ਅਸੀਂ ਕਹਿੰਦੇ ਕਿ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਨੇ, ਪਰ ਆਪਣੇ ਧੀਆਂ ਪੁੱਤਰਾਂ ਨੂੰ ਨਹੀਂ ਬਣਾਉਣਾ ਚਾਹੁੰਦੇ। ਤੇ ਕਿਉਂ ਜੀ? ਕਿਉਂਕਿ ਸਾਡਾ ਸਿਰਫ ਕਹਿਣ ਦਾ ਢੰਗ ਹੀ ਹੈ ਨਾ, ਕਹਿਣੇ ਉੱਤੋਂ ਤੋਂ ਕਹਿ ਦੇਣਾ ਗੁਰੂ ਕੇ ਵਜ਼ੀਰ ਹੈ, ਪਰ ਸਾਨੂੰ ਲੱਗਦਾ ਕਿ ਕਿਤੇ ਬਹੁਤਾ ਕੰਮ ਚੰਗਾ ਨਹੀਂ। ਭਾਈ ਜ਼ਰੂਰੀ ਨਹੀਂ ਕਿ ਪਾਠ ਸਿੱਖ ਕੇ, ਗੁਰਬਾਣੀ ਦੇ ਵਿਚਾਰ ਕਰਕੇ ਤੁਸੀਂ ਗੁਰੂ ਘਰਾਂ ਦੇ ਵਿੱਚ ਤਨਖਾਹਾਂ ਲੈ ਕੇ ਕੰਮ ਕਰਨਾ ਹੈ। ਸਾਡੀ ਤੇ ਰੋਜੀ ਰੋਟੀ ਹੈ, ਪਰ ਇਹ ਜਿਹੜੇ ਗੁਰਬਾਣੀ ਪੜ੍ਹਨੀ ਹੈ, ਵਿਚਾਰਨੀ ਪਈ, ਕਿਸੇ ਵਾਸਤੇ ਥੋੜ੍ਹੀ ਹੈ। ਸਮਝਾਉਣਾ ਤੇ ਮਨ ਨੂੰ ਹੈ। ਫਿਰ ਅਸੀਂ ਕਹਿੰਦੇ ਕਿ ਬੱਚੇ ਨੌਜਵਾਨ ਜਿਹੜੇ ਨੇ ਉਹ ਕਹਿਣੇ ਤੋਂ ਬਾਹਰ ਨੇ, ਸਾਡੇ ਕਹਿਣੇ 'ਚ ਲੱਗਦੇ ਨਹੀਂ, ਕਿਉਂਕਿ ਅਸੀਂ ਇਸ ਪਾਸੇ ਲੱਗਣ ਦਿੱਤਾ ਹੀ ਨਹੀਂ। ਤੇ ਜਿਨ੍ਹਾਂ ਨੂੰ ਲਾਇਆ ਹੈ ਉਹ ਫਿਰ ਸ਼ੁਰੂ ਤੋਂ ਲੈ ਕੇ ਲਾਏ ਇਸੇ ਭਾਵਨਾ ਦੇ ਨਾਲ ਹੈ ਕਿ ਵੱਡਾ ਹੋਏਗਾ, ਇਹ ਗ੍ਰੰਥੀ ਸਿੰਘ ਬਣੇਗਾ, ਰਾਗੀ ਸਿੰਘ ਬਣੇਗਾ, ਪ੍ਰਚਾਰਕ ਜਾਂ ਪਾਠੀ ਸਿੰਘ ਬਣੇਗਾ, ਰੁਪਈਏ ਕਮਾ ਕੇ ਲਿਆਏਗਾ। ਜੇ ਲਾਇਆ ਤੇ ਫਿਰ ਇਸ ਭਾਵਨਾ ਨਾਲ ਲਾਇਆ ਹੈ। ਨਹੀਂ, ਸਤਿਗੁਰੂ ਜੀ ਨੇ ਕਿਰਪਾ ਕੀਤੀ ਭਾਈ, ਉੱਥੇ ਉਹ ਰਹਿਤਨਾਮਿਆਂ ਦੇ ਬੋਲ ਨੇ, ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੇ ਅਪਾਰ। ਫਿਰ ਕਹਿੰਦੇ ਨੇ ਭਜਨ ਸਿਖਾਵੈ ਪੁੱਤਰ ਕੋ, ਹਰ ਭਜ ਬਾਰੰਬਾਰ। ਭਾਈ ਧੀਏ ਪੁੱਤਰ ਬਾਰ ਬਾਰ ਸਿਮਰ, ਸ਼ਬਦ ਦੇ ਵਿਚਾਰ ਕਰ, ਉਹਨਾਂ ਨੂੰ ਸਿਖਾ।
ਕਿਉਂਕਿ ਘਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਕੱਲਾ ਘਰ ਰਹਿਣ ਵਾਸਤੇ ਨਹੀਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਕਿਰਪਾ ਕੀਤੀ ਸੀ, ਭਾਵੇਂ ਆਪਾਂ ਗੁਰੂ ਘਰ ਵੱਡੇ ਵੱਡੇ ਬਣਾ ਲਏ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਕਹਿ ਕੇ ਗਏ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਘਰ ਘਰ ਨੂੰ ਹੀ ਗੁਰਦੁਆਰਾ ਬਣਾ ਦਿੱਤਾ ਸੀ। ਗੁਰੂ ਦਾ ਘਰ ਕਿੱਥੇ? ਜਿੱਥੇ ਗੁਰੂ ਦੀ ਗੱਲ ਹੋਵੇ। ਸਤ ਸੰਗਤ ਕਿੱਥੇ? ਜਿੱਥੇ ਸਤ ਦੀ ਗੱਲ ਹੁੰਦੀ ਹੋਵੇ। ਔਰ ਭਾਈ ਸਾਹਿਬ ਦੇ ਪਾਵਨ ਬਚਨ ਨੇ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ। ਕਿ ਭਾਈ ਭਾਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਵਿਸਾਖੀ ਦਾ ਮੇਲਾ ਸ਼ੁਰੂ ਕਰ ਦਿੱਤਾ ਸੀ, ਪਰ ਜਿੱਥੇ ਕੀਰਤਨ ਹੁੰਦਾ ਹੋਵੇ, ਜਿੱਥੇ ਰੱਬ ਦੇ ਗੁਰੂ ਦੀ ਗੱਲ ਚੱਲਦੀ ਹੋਵੇ, ਉੱਥੇ ਤੇ ਸਦਾ ਹੀ ਵਿਸਾਖੀ ਹੈ। ਜਿਹੜੇ ਘਰ ਦੇ ਵਿੱਚ ਗੁਰੂ ਦੀ ਗੱਲ ਚੱਲਦੀ ਹੋਵੇ, ਉਹ ਤੇ ਗੁਰੂ ਦਾ ਘਰ ਹੀ ਧਰਮਸ਼ਾਲਾ, ਉਹ ਤੇ ਘਰ ਹੀ ਗੁਰੂ ਦਾ ਘਰ ਬਣ ਗਿਆ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੇ ਇਹ ਘਰ ਲੈ ਕੇ ਰੱਬ ਚੇਤੇ ਹੈ, ਔਰ ਸੱਚ ਜਾਣਿਓ ਤੇ ਸੁੱਖ ਨੇ, ਜਿਤ ਪਾਰ ਬ੍ਰਹਮ ਚਿੱਤੇ ਆਇਆ। ਤੇ ਜੇ ਘਰ ਕੀਮਤੀ ਲੈ ਕੇ ਬਸ ਉਹਨਾਂ ਨੂੰ ਸਵਾਰਨ ਤੇ ਜ਼ੋਰ ਲਾ ਦਿੱਤਾ ਕਿ ਹੋਰ ਕਿੰਨਾ ਪੈਸਾ ਲਾਈਏ, ਕਿੰਨਾ ਸੋਹਣਾ ਲੱਗੇ, ਰਿਸ਼ਤੇਦਾਰ ਖੁਸ਼ ਹੋਣ, ਲੋਕ ਕਹਿਣ ਕਿ ਬੱਲੇ ਬੱਲੇ ਇਹਦੇ ਵਰਗਾ ਘਰ ਕੋਈ ਨਹੀਂ, ਤੇ ਫਿਰ ਬਾਬਾ ਕਬੀਰ ਜੀ ਸੁਚੇਤ ਵੀ ਕਰਦੇ ਨੇ। ਦੇਖੇ, ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਘਰ ਬਣਾ, ਕੀਮਤੀ ਬਣਾ, ਬਹੁਤ ਮਹਿੰਗੇ ਤੋਂ ਮਹਿੰਗਾ ਬਣਾ, ਕੋਈ ਗੱਲ ਨਹੀਂ, ਪਰ ਭੁੱਲੀ ਨਾ। ਤੇ ਜੇ ਭੁੱਲ ਗਏ, ਫਿਰ ਬਾਬਾ ਕਬੀਰ ਜੀ ਸਾਨੂੰ ਚੇਤੇ ਕਰਾਉਂਦੇ ਨੇ, ਕਹਿੰਦੇ ਨੇ ਕਬੀਰ ਕੋਠੇ ਮੰਡਪ ਮਾੜੀਆਂ ਏਤ ਨ ਲਾਏ ਚਿੱਤ। ਜਾਂ ਬਾਬਾ ਕਬੀਰ ਜੀ ਨੇ ਪਾਵਨ ਬਚਨ ਕੀਤਾ ਹੈ, ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ। ਪਰ ਕੋਠੇ ਨੂੰ ਸਵਾਰਦਾ ਰਹਿ ਜਾਏਗਾ, ਜ਼ਿੰਦਗੀ ਸਾਰੀ ਇਹਦੇ ਵਿੱਚ ਕੱਢ ਦਿੱਤੀ, ਪਰ ਗੱਲ ਚੇਤੇ ਰੱਖੀ, ਕਾਰਜ 3.5 ਹੱਥ, ਕਣੀ ਤਾਂ 4.25 ਵੱਡੇ ਵੱਡੇ ਮਹੱਲ ਬਣਾਉਣ ਵਾਲਿਆ। ਇਹ ਜਗ੍ਹਾ ਤੈਨੂੰ ਜੇ ਸੌਣ ਲੱਗਿਆ 3.5 ਹੱਥ ਮਿਲਦੀ ਹੈ ਨਾ, ਤੇ ਆਪਣੇ ਸਰੀਰ ਦੇ ਆਪਣੇ ਹੱਥ ਦੇ ਮੁਤਾਬਕ 3.5 ਹੱਥ ਹੀ ਬੰਦਾ ਥਾਂ ਘਿਰਦਾ ਹੈ। ਤੇ ਜੇ ਕੋਈ ਕਵੇ ਕਿ ਮੈਂ ਹੋਰ ਐਨ ਲੰਮਾ ਪੈ ਕੇ ਹੋਰ ਚੌੜਾ ਹੋ ਕੇ ਪੈਣਾ, ਤੇ ਬਾਬਾ ਕਬੀਰ ਜੀ ਕਹਿੰਦੇ ਨੇ ਵੱਧ ਤੋਂ ਵੱਧ 4.25 ਹੱਥ ਘੇਰ ਲੇਗਾ, ਤੇ ਮਰਨ ਤੋਂ ਬਾਅਦ ਇਹ ਤੋਂ ਵੱਧ ਤੇ ਨਹੀਂ ਨਾ ਕਿਤੇ ਲੈ ਜਾਣੀ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਰਨ ਤੋਂ ਬਾਅਦ ਜਿਨ੍ਹਾਂ ਦਾ ਸੰਸਕਾਰ ਕੀਤਾ ਜਾਂਦਾ ਉਹਨਾਂ ਨੂੰ ਤੇ ਇੰਨੀ ਵੀ ਨਹੀਂ ਮਿਲਦੀ, ਕਿਉਂਕਿ 2-3 ਘੰਟੇ 'ਚ ਸੰਸਕਾਰ ਹੋ ਜਾਂਦਾ, ਉਸ ਤੋਂ ਬਾਅਦ ਉਹ ਮਿੱਟੀ ਦੀ ਢੇਰੀ ਹੈ। ਇੱਕ ਛੋਟੇ ਜਿਹੇ ਉਹ ਥੈਲੇ 'ਚ ਪਾ ਕੇ ਫਿਰ ਕਿਤੇ ਵੀ ਜਾ ਕੇ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਭਾਈ ਜੇ ਰੱਬ ਚੇਤੇ ਹੈ ਤੇ ਵੱਡੇ ਮਹੱਲ ਵੀ ਪ੍ਰਵਾਨ ਨੇ, ਝੁੱਗੀਆਂ ਵੀ ਪ੍ਰਵਾਨ ਨੇ। ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਤ ਪਾਰ ਬ੍ਰਹਮ ਚਿੱਤੇ ਆਇਆ, ਜਿਹੜੇ ਹਿਰਦੇ ਘਰ ਵਿੱਚ ਚੇਤੇ ਆ ਜਾਏ ਸੋ ਘਰ ਦਈ ਵਸਾਇਆ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਉਸ ਘਰ ਨੂੰ ਵਸਾ ਦਿੱਤਾ ਹੈ। ਦੇਖੋ, ਬਾਹਰ ਦਾ ਘਰ ਬਣਾਉਣਾ ਕੁਝ ਹੋਰ ਹੈ, ਤੇ ਘਰ ਨੂੰ ਵਸਾਉਣਾ ਉਹ ਜੀ ਜਾਣਦੇ ਕੁਝ ਹੋਰ ਹੈ ਨਾ। ਘਰ ਤੇ ਬਣਾ ਦਿੱਤਾ, ਪਰ ਆਪਾਂ ਕਹਿੰਦੇ ਉਦੋਂ ਕਿ ਫਲਾਣੇ ਦਾ ਘਰ ਵਸ ਗਿਆ, ਜਦੋਂ ਉਹਦਾ ਕਿਸੇ ਦੇ ਨਾਲ ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਬਾਲ ਬੱਚੇ ਹੋ ਗਏ, ਘਰ ਵਸਿਆ ਉਦੋਂ। ਹੁਣ ਬਾਹਰ ਦਾ ਘਰ ਵਸਦਾ ਹੈ ਕਿ ਪੁੱਤਰ ਹੋਵੇ, ਅੱਗੇ ਨੂੰਹ ਹੋਵੇ, ਉਹਨਾਂ ਦੇ ਧੀ ਪੁੱਤਰ ਹੋਣ, ਕਹਿੰਦੇ ਨੇ ਵਸਦਾ ਹੱਸਦਾ ਵਸਦਾ ਘਰ ਹੈ। ਪਰ ਹਿਰਦੇ ਘਰ ਵਿੱਚ ਕੀ ਵਸਿਆ ਜੀ? ਜਿਹੜਾ ਪਰਮੇਸ਼ਰ ਨੇ ਘਰ ਵਸਾਇਆ ਉਹਦੇ ਵਿੱਚ ਕੀ ਵਸਿਆ ਜੀ? ਉਹਦੇ ਵਿੱਚ ਅਸਲ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਹੜੇ ਇਹ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ, ਇਹ ਸਾਰਾ ਪਰਿਵਾਰ ਹੀ ਨਾ ਜੀ। ਸਤਿਗੁਰੂ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ ਕਿ ਦੇਖੋ, ਜਦੋਂ ਬੰਦੇ ਦੀ ਮੌਤ ਹੋ ਜਾਏ ਤੇ ਅਕਸਰ ਉਹ ਸ਼ਬਦ ਪੜ੍ਹਿਆ ਵੀ ਜਾਂਦਾ ਹੈ, ਆਪਾਂ ਉਹ ਵਿਚਾਰ ਵੀ ਕਰ ਲੈਂਦੇ ਹਾਂ ਕਿ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਅਸੀਂ ਸੰਗੀ ਸਾਥੀ ਕਿਹਨੂੰ ਸਮਝਦੇ ਜੀ? ਮਾਂ ਪਿਓ, ਭੈਣ ਭਰਾ, ਇਸਤਰੀ, ਪਤੀ, ਇਹ ਸਾਰੇ ਇਹਨਾਂ ਨੂੰ ਸੰਗੀ ਸਾਥੀ ਸਮਝਦੇ ਆ। ਪਰ ਅਸਲ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਥੇ ਕਿਰਪਾ ਕੀਤੀ, ਸੰਗੀ ਸਾਥੀ ਭਾਈ ਜਿਹੜੇ ਤੇਰੇ ਆਪਣੇ ਨੇ, ਸਾਥ ਛੱਡ ਗਏ ਨਾ। ਸਮਾਂ ਪਿਆ ਦੰਦਾਂ ਨੇ ਸਾਥ ਛੱਡ ਦਿੱਤਾ,
ਸਮਾਂ ਆਇਆ, ਅੱਖਾਂ ਦੀ ਜੋਤ ਚਲੀ ਗਈ, ਅੱਖਾਂ ਨੇ ਸਾਥ ਛੱਡ ਦਿੱਤਾ, ਕੰਨਾਂ ਨੇ ਸਾਥ ਛੱਡ ਦਿੱਤਾ, ਹੱਥ ਪੈਰ ਕੰਮ ਨਹੀਂ ਕਰਦੇ। ਇਹ ਵੀ ਤਾਂ ਸਾਥੀ ਨੇ ਨਾ, ਸਾਰੇ ਸਾਥ ਛੱਡ ਗਏ। ਖੈਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਇੱਥੇ ਜਿਹੜੇ ਜਿਨ੍ਹਾਂ ਨੇ ਸਾਥ ਨਿਭਾਉਣਾ ਹੈ ਇਸ ਹਿਰਦੇ ਘਰ ਵਿੱਚ, ਸਤਿਗੁਰੂ ਜੀ ਨੇ ਉਹ ਪਰਿਵਾਰ ਵਸਾਇਆ। ਸਤ, ਸੰਤੋਖ, ਦਇਆ, ਧਰਮ, ਇਹ ਚੰਗੇ ਗੁਣ ਜਿਨ੍ਹਾਂ ਨੇ ਨਾਲ ਜਾਣਾ ਹੈ। ਔਰ ਜਿਤ ਪਾਰ ਬ੍ਰਹਮ ਜਿਤ ਆਇਆ, ਸੋ ਘਰ ਦੇ ਵਸਾਇਆ। ਤੇ ਉਹ ਘਰ ਕਦੋਂ ਵਸਿਆ ਜੀ? ਕਹਿੰਦੇ ਸੁਖ ਸਾਗਰ ਗੁਰ ਪਾਇਆ, ਤਾਂ ਸਹਿੰਸਾ ਸਗਲ ਮਿਟਾਇਆ। ਜਦੋਂ ਸੁੱਖਾਂ ਦੇ ਸਾਗਰ ਗੁਰੂ ਦੀ ਪ੍ਰਾਪਤੀ ਹੋਈ, ਜਦੋਂ ਗੁਰੂ ਨੂੰ ਧਾਰਨ ਕੀਤਾ, ਗੁਰੂ ਦੇ ਦਰਸ਼ਨ ਕੀਤੇ, ਗੁਰੂ ਨੂੰ ਮਿਲੇ। ਹੁਣ ਗੁਰੂ ਦੇ ਦਰਸ਼ਨ ਕੀ ਨੇ ਜੀ? ਜਾਂ ਗੁਰੂ ਦੀ ਬਾਣੀ ਨੂੰ ਸੁਣਨਾ ਤੇ ਜਾਂ ਗੁਰੂ ਦੀ ਬਾਣੀ ਨੂੰ ਪੜ੍ਹਨਾ, ਇਹੀ ਗੁਰੂ ਦੇ ਦਰਸ਼ਨ ਨੇ ਨਾ ਜੀ। ਕਹਿੰਦੇ ਸੁਖ ਸਾਗਰ ਗੁਰ ਪਾਇਆ, ਜਦੋਂ ਗੁਰੂ ਦੇ ਦਰਸ਼ਨ ਹੋ ਗਏ, ਗੁਰੂ ਪਾ ਲਿਆ, ਗੁਰੂ ਮਿਲ ਗਿਆ, ਤਾਂ ਸਹਿੰਸਾ ਸਗਲ ਮਿਟਾਇਆ। ਸੁੱਖਾਂ ਦੇ ਸਾਗਰ ਗੁਰੂ ਨੇ ਸਾਡੇ ਅੰਦਰੋਂ ਸਾਰੇ ਸਹਿੰਸਾ ਦਾ ਅਰਥ ਸਹਿਮ, ਸਾਡੇ ਅੰਦਰ ਸਹਿਮ ਕਿਹੜੇ ਨੇ ਜੀ? ਇਹ ਵੀਰਵਾਰ ਦਾ, ਸ਼ਨੀਵਾਰ ਦਾ, ਪਤਾ ਨਹੀਂ ਕਿਹੜੇ ਕਿਹੜੇ। ਇਹ ਬਿੱਲੀ ਰਸਤਾ ਕੱਟ ਗਈ ਜੀ। ਇਹ ਵਹਿਮ ਭਰਮ ਧਰਮ ਦੇ ਨਾਂ ਤੇ ਵੀ ਬੜੇ ਪਾਏ ਗਏ। ਔਰ ਜਿੰਨੇ ਤਰ੍ਹਾਂ ਦੇ ਸਹਿਮ ਨੇ, ਭਰਮ ਨੇ, ਗੁਰੂ ਸਾਹਿਬ ਨੇ ਸਾਰੇ ਕੱਟ ਕੇ ਰੱਖ ਦਿੱਤੇ। ਸਿੱਖਾ ਤੂੰ ਗੁਰੂ ਕਾ ਸਿੱਖ ਹੈ, ਤੂੰ ਤਾਂ ਕੋਈ ਭਰਮ ਕਰਨਾ ਹੀ ਨਹੀਂ, ਵਹਿਮ ਕਰਨਾ ਹੀ ਨਹੀਂ। ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸੁਖ ਸਾਗਰ ਗੁਰ ਪਾਇਆ। ਗੁਰੂ ਹੈ ਹੀ ਸੁੱਖਾਂ ਦਾ ਸਾਗਰ। ਜਿੱਥੇ ਪਾਵਨ ਬਚਨ ਕਹੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਗੁਰੂ ਉਹ ਸੁੱਖਾਂ ਦਾ ਸਾਗਰ ਹੈ, ਜਿੱਥੇ ਦੁੱਖਾਂ ਦੇ ਨਾਲ ਭਰਿਆ ਹੋਇਆ ਕੋਈ ਆਵੇ, ਆਪਣੇ ਦੁੱਖ ਇਸ ਸਾਗਰ ਦੇ ਵਿੱਚ ਆ ਕੇ ਸੁੱਟੇ, ਤੇ ਗੁਰੂ ਉੱਥੇ ਸੁੱਖ ਦਿੰਦਾ ਹੈ। ਗੁਰੂ ਉਹ ਸਾਗਰ ਹੈ, ਪਰ ਇਹ ਸੁੱਖ ਮਿਲਣਗੇ ਕਿਵੇਂ ਜੀ? ਇਹ ਸੁੱਖਾਂ ਨੂੰ ਲੈਣਾ ਤਾਂ ਪਏਗਾ ਨਾ, ਭਾਂਡਾ ਤਾਂ ਸਾਫ਼ ਕਰਨਾ ਪਏਗਾ। ਸਮੁੰਦਰ ਦੇ ਵਿੱਚ ਜਾਓ, ਪਾਣੀ ਨਾਲ ਭਰਿਆ ਪਿਆ, ਪਰ ਘੱਟੋ ਘੱਟ ਜੇ ਉੱਥੋਂ ਪਾਣੀ ਭਰਨਾ ਹੈ, ਭਾਂਡਾ ਤਾਂ ਲੈ ਕੇ ਜਾਣਾ ਪਏਗਾ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਰਪਾ ਕੀਤੀ, ਗੁਰੂ ਸੁੱਖਾਂ ਦਾ ਸਾਗਰ ਹੀ ਹੈ ਭਾਈ। ਜਿਵੇਂ ਸਾਗਰ ਵਿੱਚ, ਸਮੁੰਦਰ ਵਿੱਚ ਬਹੁਤ ਕੁਝ ਹੈ, ਭੰਡਾਰੇ ਭਰੇ ਨੇ। ਔਰ ਜਿਹੜੇ ਖੋਜ ਕਰਨ ਵਾਲੇ ਨੇ ਬੜਾ ਕੁਝ ਸਮੁੰਦਰ ਦੇ ਵਿੱਚੋਂ ਵੀ ਕੱਢ ਲੈਂਦੇ ਨੇ। ਸਮੁੰਦਰ ਦੇ ਵਿੱਚ ਹੀ ਅੱਗ ਹੈ, ਸਮੁੰਦਰ ਦੇ ਵਿੱਚ ਬੜਾ ਨਹੀਂ, ਪਤਾ ਨਹੀਂ ਕੀ ਕੁਝ। ਭਾਈ ਸਾਹਿਬ ਤੇ ਕਹਿੰਦੇ ਭੰਡਾਰੇ ਭਰੇ ਹੋਏ ਨੇ। ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ, ਕਹਿੰਦੇ ਜੈਸੇ ਤੋ ਸਗਲ ਨਿਧ ਪੂਰਨ ਸਮੁੰਦਰ ਵਿਖੈ। ਸਮੁੰਦਰ ਵਿੱਚ ਹੈ ਤੇ ਸਾਰਾ ਕੁਝ, ਪਰ ਜੇ ਕੋਈ ਸਮੁੰਦਰ ਦੇ ਕੰਢੇ ਕੰਢੇ ਤੁਰਿਆ ਰਹੇ ਸਾਰਾ ਦਿਨ, ਤੇ ਸ਼ਾਮ ਨੂੰ ਕੋਈ ਪੁੱਛ ਲੈ, ਭਾਈ ਸਮੁੰਦਰ ਤੇ ਗਿਆ ਸੀ, ਕੁਝ ਲਿਆਏ ਕੱਢ ਕੇ? ਕਹਿੰਦਾ ਮੈਨੂੰ ਤਾਂ ਲੱਭੇ ਕੁਝ ਨਹੀਂ। ਪੁੱਛਿਆ ਭਾਈ ਕਿਉਂ ਤੂੰ ਵਿੱਚ ਗਿਆ ਸੀ, ਟੁੱਬੀ ਮਾਰੀ? ਉਹ ਵਿੱਚ ਟੁੱਬੀ ਮਾਰ ਕੇ ਮਰਨਾ ਕਹਿੰਦਾ। ਸਮੁੰਦਰ 'ਚ ਕਿਵੇਂ ਟੁੱਬੀ ਮਾਰੀਏ? ਔਰ ਕਿਤੇ ਨਾ ਕਿਤੇ ਦੇਖੋ ਸਾਨੂੰ ਇਹ ਗੱਲ ਬਿਲਕੁਲ ਸਾਡੇ ਢੁਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਦਿੱਤਾ ਤੇ ਕਿਤੇ ਵਿੱਚ ਡੁੱਬੀ ਨਾ ਜਾਈਏ। ਇੱਥੋਂ ਤੱਕ ਭਰਮ ਕੀਤਾ ਜਾਂਦਾ ਕਿ ਫਲਾਣਾ ਬੰਦਾ ਤੇ ਰੁਮਾਲੇ ਨੂੰ ਹੱਥ ਨਹੀਂ ਲਾ ਸਕਦਾ। ਵੀ ਤੂੰ ਰੁਮਾਲੇ ਨੂੰ ਹੱਥ ਕਿਉਂ ਲਾਇਆ, ਤੂੰ ਕੋਈ ਬ੍ਰਹਮ ਗਿਆਨੀ ਹੈ? ਇਹਨਾਂ ਡਰਾ ਕੇ ਰੱਖਿਆ ਕਿ ਜੇ ਇਸ ਗੁਰੂ ਸਮੁੰਦਰ ਵਿੱਚ ਤੁਸੀਂ ਗਏ ਚਲੇ ਤੇ ਖਜ਼ਾਨਾ ਤੇ ਤੁਸੀਂ ਲੈ ਜਾਣਾ ਹੈ, ਤੇ ਫਿਰ ਸਾਡੀਆਂ ਦੁਕਾਨਦਾਰੀਆਂ ਕਿੱਥੋਂ ਚੱਲਣ? ਖੈਰ ਸਤਿਗੁਰੂ ਜੀ ਨੇ ਉੱਥੇ ਕਿਰਪਾ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਸਮੁੰਦਰ ਵਿੱਚ ਹੈ ਬੜਾ ਕੁਝ, ਪਰ ਜੇ ਕੰਢੇ ਕੰਢੇ ਤੁਰਿਆ ਫਿਰੇਗਾ, ਇਹ ਕੰਢੇ ਕੰਢੇ ਤੁਰਨਾ ਹੀ ਹੈ ਨਾ ਜੀ। ਆ ਵੀ ਗਏ, ਮੱਥਾ ਵੀ ਟੇਕ ਲਿਆ, ਪਰਿਕਰਮਾ ਵੀ ਕਰ ਲਈਆਂ, ਰੁਮਾਲਾ ਵੀ ਆ ਕੇ ਦੇਖ ਲਿਆ ਕਿ ਕਿਹੜੇ ਰੰਗ ਦਾ ਲੱਗਿਆ, ਚੰਦੋਆ ਕਿਤੇ ਟੇਢਾ ਤੇ ਨਹੀਂ। ਬਸ ਇਹ ਕੁਝ ਵੇਖ ਕੇ ਚਲੇ ਗਏ ਕਿ ਅੱਜ ਰੁਮਾਲਾ ਬੜਾ ਸੋਹਣਾ ਲੱਗਿਆ, ਸ਼ਸਤਰ ਬੜੇ ਸੋਹਣੇ ਢੰਗ ਨਾਲ ਲਾਏ ਨੇ। ਹੁਣ ਆਏ ਤੇ ਸਮੁੰਦਰ ਦੇ ਕੰਢੇ ਕੰਢੇ ਆਪਾਂ ਵੀ, ਪਰ ਜੇ ਕੇਵਲ ਇਹ ਵੇਖ ਕੇ ਚਲੇ ਗਏ, ਕੋਈ ਪੁੱਛੇ ਕੁਝ ਮਿਲਿਆ ਜੀ? ਮਿਲਿਆ ਤੇ ਕੁਝ ਨਹੀਂ, ਕਿਉਂਕਿ ਮਿਲੇਗਾ ਤੇ ਤਾਂ ਨਾ ਸਮੁੰਦਰ ਵਿੱਚ ਟੁੱਬੇ ਲਾਏਗਾ, ਕੁਝ ਖੋਜੇਗਾ, ਕੁਝ ਲੱਭੇਗਾ। ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਤੋ ਸਗਲ ਨਿਧ ਪੂਰਨ ਸਮੁੰਦਰ ਵਿਖੈ, ਪਰ ਕਹਿੰਦੇ ਹੰਸ ਮਰ ਜੀਵਾ ਨਿਸ਼ਚੈ
ਪ੍ਰਸਾਦ ਪਾਵਈ, ਨਿਸ਼ਚਾ ਰੱਖ ਤੇ ਹੰਸ ਦੀ ਤਰ੍ਹਾਂ ਮਰ ਜੀਵਾ ਹੋ ਕੇ ਕੋਈ ਟੁੱਬੇ ਲਾਵੇ ਤੇ ਫਿਰ ਪੱਕਾ ਕੁਝ ਨਾ ਕੁਝ ਤੇ ਜ਼ਰੂਰ ਮਿਲਦਾ ਹੈ। ਪਰ ਜੇ ਕੇਵਲ ਵੇਖਣ ਗਏ ਤੇ ਭਾਈ ਸਾਹਿਬ ਨੇ ਫਿਰ ਉਦਾਹਰਨਾਂ ਦਿੱਤੀਆਂ। ਕਹਿੰਦੇ ਹੁਣ ਹੀਰਾ ਜਿਹੜਾ ਪਰਬਤ ਹੈ, ਪਹਾੜ ਨੇ, ਪਹਾੜਾਂ ਦੇ ਵਿੱਚ ਤੇ ਕਈ ਪਹਾੜ ਐਸੇ ਨੇ ਜਿੱਥੋਂ ਸੋਨਾ ਵੀ ਨਿਕਲਦਾ ਹੈ, ਜਿੱਥੇ ਹੀਰੇ ਦੀ ਤਰ੍ਹਾਂ ਕੀਮਤੀ ਬੜਾ ਕੁਝ ਹੈ। ਪਰ ਜੇ ਸਾਡੇ ਵਰਗੇ ਜਾਣ ਕੇਵਲ ਵੇਖਣ ਜਾਣਾ ਕਿ ਪਹਾੜ ਬੜਾ ਉੱਚਾ, ਬੜਾ ਹਰਿਆ ਭਰਿਆ, ਵਾਹ ਵਾਹ ਬੜਾ ਸੋਹਣਾ, ਗਏ ਪੁੱਛਿਆ ਕੁਝ ਮਿਲਿਆ, ਕਹਿੰਦੇ ਮਿਲਿਆ ਕੁਝ ਨਹੀਂ ਪਰ ਖੁਸ਼ੀ ਬੜੀ ਮਿਲੀ, ਕਿਉਂਕਿ ਵੇਖ ਕੇ ਵਾਪਸ ਆ ਗਏ ਨਾ, ਪਤਾ ਹੀ ਨਹੀਂ ਕਿ ਉੱਥੇ ਹੈ ਕੀ। ਪਰ ਜਿਹੜੇ ਖੋਜਣ ਵਾਲੇ ਨੇ, ਭਾਈ ਸਾਹਿਬ ਜੀ ਕਹਿੰਦੇ ਨੇ, ਉਹਨਾਂ ਪਹਾੜਾਂ ਦੇ ਵਿੱਚੋਂ ਉਹ ਹੀਰੇ ਵੀ ਲੱਭ ਲਿਆਉਂਦੇ ਨੇ, ਉਹ ਸੋਨਾ ਵੀ ਲੱਭ ਲਿਆਉਂਦੇ ਨੇ। ਇਸੇ ਤਰ੍ਹਾਂ ਉਦਾਹਰਣ ਦਿੰਦੇ ਨੇ ਕਿ ਜੰਗਲਾਂ ਵਿੱਚ ਕੋਈ ਚਲਾ ਜਾਏ ਸਾਡੇ ਵਰਗਾ, ਕਿ ਉੱਥੇ ਜਾ ਕੇ ਜਾਂ ਤੇ ਵੇਖਣਾ ਕਿ ਬੱਲੇ ਬੱਲੇ ਬੜੇ ਵੱਡੇ ਵੱਡੇ ਰੁੱਖ, ਬੜੀ ਹਰਿਆਵਲ, ਤੇ ਜਾਂ ਵੇਖ ਕੇ ਕਹਿ ਦੇਣਾ ਕਿ ਦੇਖੋ ਬਾਹਰ ਨਿਕਲੋ ਇੱਥੋਂ, ਬੀਆ ਬਾਣੇ, ਬੜਾ ਡਰਾਉਣਾ ਜਿਹਾ ਜੰਗਲ ਹੈ। ਜੰਗਲ ਵਿੱਚ ਦੋ ਹੀ ਗੱਲਾਂ ਨੇ ਨਾ, ਸਾਡੇ ਵਾਸਤੇ ਤਾਂ ਦੋ ਹੀ ਨੇ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜੇ ਖੋਜਣ ਵਾਲੇ ਨੇ ਉਹ ਨਾ ਤਾਂ ਉੱਥੋਂ ਡਰਦੇ ਨੇ ਤੇ ਨਾ ਕੇਵਲ ਰੁੱਖਾਂ ਨੂੰ ਵੇਖ ਕੇ ਉੱਤੋਂ ਤੋਂ ਵਾਹ ਵਾਹ ਕਰਦੇ ਨੇ। ਉਹਨਾਂ ਜੰਗਲਾਂ ਵਿੱਚੋਂ ਉਹ ਚੰਦਨ ਵੀ ਲੱਭ ਲਿਆਉਂਦੇ ਨੇ, ਕਪੂਰ ਵਰਗੀਆਂ ਸੁਗੰਧੀ ਵਾਲੀਆਂ ਚੀਜ਼ਾਂ ਵੀ ਲੱਭ ਲਿਆਉਂਦੇ ਨੇ, ਔਰ ਅਨੇਕਾਂ ਤਰ੍ਹਾਂ ਦੇ ਜੜੀਆਂ ਬੂਟੀਆਂ ਜਿਹੜੀਆਂ ਲੋਕਾਂ ਨੂੰ ਜੀਵਨ ਬਖਸ਼ਦੀਆਂ ਨੇ, ਉਹ ਖੋਜਣ ਵਾਲੇ ਉੱਥੋਂ ਲੱਭ ਲਿਆਉਂਦੇ ਨੇ, ਕਿਉਂਕਿ ਉੱਥੇ ਬੜਾ ਕੁਝ ਹੈ। ਹੁਣ ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਕਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਗਰ ਨੇ, ਸਮੁੰਦਰ ਨੇ, ਔਰ ਸਮੁੰਦਰ ਵਿੱਚ ਤੇ ਹੋ ਸਕਦਾ ਬਹੁਤ ਕੁਝ ਹੈ, ਪਰ ਉਹ ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਐਸੇ ਸਾਗਰ ਨੇ ਜਿਨ੍ਹਾਂ ਵਿੱਚ ਬਹੁਤ ਕੁਝ ਨਹੀਂ, ਸਾਰਾ ਹੀ ਕੁਝ ਹੈ, ਪਰ ਘੱਟੋ ਘੱਟ ਉਹਦੀ ਖੋਜ ਤੇ ਕਰਨੀ ਪਏਗੀ ਨਾ। ਜਿਹੜਾ ਖੋਜੇਗਾ ਉਹਨੂੰ ਮਿਲੇਗਾ, ਜੋ ਖੋਜੇਗਾ ਉਹੀ ਮਿਲੇਗਾ। ਔਰ ਭਾਈ ਸਾਹਿਬ ਨੇ ਉੱਥੇ ਖੀਰ ਤੋਂ ਪਾਵਨ ਬਚਨ ਕਹੇ, ਕਹਿੰਦੇ ਜੈਸੇ ਪਰਬਤ ਹੀਰਾ ਮਾਣਕ ਪਰਸ, ਪਾਰਸ ਸਿੰਧ ਖਨਵਾਰਾ ਖੱਗ, ਜਗ ਵਿਖੇ ਪ੍ਰਗਟਾਵਈ। ਜਿਹੜਾ ਖੋਜਣ ਵਾਲਾ ਲੱਭ ਕੇ ਜੱਗ 'ਚ ਪ੍ਰਗਟ ਵੀ ਕਰ ਦਿੰਦਾ ਕਿ ਆਹ ਦੇਖੋ ਮੈਂ ਲੱਭ ਲਿਆ। ਉੱਥੇ ਖੀਰ ਤੇ ਭਾਈ ਸਾਹਿਬ ਨੇ ਪਾਵਨ ਬਚਨ ਕਹੇ, ਕਹਿੰਦੇ ਤੈਸੇ ਤੋਂ, ਕਹਿੰਦੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਸ਼ਬਦ ਦੇ ਵਿੱਚ ਸਭ ਕੁਝ ਹੈ, ਪਰ ਨਾਲ ਕਿਰਪਾ ਕਰਕੇ ਬਚਨ ਕੀਤੇ ਜੋ ਜੋ ਖੋਜੈ ਸੋਈ ਸੋਈ ਨੇ ਪਜਾਵਈ। ਤੈਸੇ ਸੋ ਸਗਲ ਪਦਾਰਥ ਗੁਰਬਾਣੀ ਵਿਖੇ, ਕਹਿੰਦੇ ਜੋ ਜੋ ਖੋਜੈ ਸੋਈ ਸੋਈ ਨੇ ਪਜਾਵਈ। ਹੈ ਸਾਰਾ ਕੁਝ ਪਰ ਖੋਜ ਕਰਨੀ ਪੈਗੀ ਭਾਈ। ਜਿਨ੍ਹਾਂ ਨੇ ਖੋਜ ਕੀਤੀ ਗੁਰੂ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਧਾਰਨ ਕਰ ਗਿਆ, ਸਾਰੇ ਉਹਨਾਂ ਦੇ ਸਗਲ ਸੈਂਸਾ ਸਗਲ ਮਿਟਾਏ, ਉਹਨਾਂ ਦੇ ਸਾਰੇ ਸੈਂਸੇ ਵਹਿਮ ਭਰਮ ਦੂਰ ਕਰ ਦਿੱਤੇ। ਸਤਿਗੁਰੂ ਜੀ ਰਹਾਉ ਦੇ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਹਰ ਕੇ ਨਾਮ ਕੀ ਵਡਿਆਈ, ਭਾਈ ਜੇ ਤੇਰੇ ਅੰਦਰੋਂ ਸੰਸੇ ਦੂਰ ਹੋ ਗਏ ਨੇ ਨਾ, ਜੇ ਤੂੰ ਕੁਝ ਖੋਜ ਲਿਆ, ਖੋਜ ਵਾਲੇ ਪਾਸੇ ਚੱਲ ਹੀ ਪਿਆ, ਗੁਰੂ ਮਿਲ ਗਿਆ ਹੈ, ਤੇ ਇਹ ਹਰੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ, ਉਹਦੇ ਨਾਮ ਕਰਕੇ ਤੈਨੂੰ ਮਿਲਿਆ ਹੈ। ਇਸ ਕਰਕੇ ਕਹਿੰਦੇ ਨੇ ਜਿਹੜੇ ਨਾਮ ਦੀ ਏਡੀ ਵੱਡੀ ਵਡਿਆਈ ਹੈ, 8 ਪਹਿਰ ਗੁਣ ਗਾਈ, ਭਾਈ 8 ਪਹਿਰ ਹੁੰਦੇ ਗੁਣ ਗਾ। 8 ਪਹਿਰ ਗੁਣ ਕਿਵੇਂ ਗਾਏ ਜਾ ਸਕਦੇ ਨੇ? ਕਿਉਂਕਿ ਸਾਨੂੰ ਲੱਗਦਾ ਕਿ ਇਹ ਜਿਹੜੀ 30 40 45 ਮਿੰਟ ਦੀ ਕਥਾ ਹੈ, ਇਹ ਗੁਣ ਗਾਉਣਾ ਹੈ। ਜਿਹੜਾ 40 45 ਮਿੰਟ ਕੀਰਤਨ ਕੀਤਾ, ਇਹੀ ਗੁਣ ਗਾਉਣਾ ਹੈ। ਨਿਤਨੇਮ ਕਰ ਲਿਆ, ਬਸ ਇਹੀ ਗੁਣ ਗਾਉਣਾ ਹੈ। ਤੇ ਜੇ ਇਹ ਗੁਣ ਗਾਉਣਾ ਤੇ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਹਿ ਸਕਦੇ ਹਾਂ ਵੀ ਇਹ ਗੁਣ ਤੇ ਫਿਰ 8 ਪੈਰ ਨਹੀਂ ਗਾਏ ਜਾ ਸਕਦੇ। 8 ਪੈਰ ਇਹ ਗੁਣ ਇਸ ਢੰਗ ਦੇ ਨਾਲ ਤੇ ਨਹੀਂ ਗਾਏ ਜਾ ਸਕਦੇ। ਹਾਂ, ਇਹ ਕਰਨਾ ਸਾਰਾ ਕੁਝ ਹੈ ਕਿ ਗੁਣ ਗਾਉਣ ਦੀ ਕਿਤੇ ਜਾਚ ਆ ਜਾਏ। ਤੇ ਜਿੱਦਣ ਉਹ ਗੁਣ ਗਾਉਣੇ ਆ ਗਏ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ 8 ਪੈਰ ਕਿਹੜੇ ਨੇ ਜੀ? 4 ਪੈਰ ਦਿਨ ਦੇ, 4 ਪੈਰ ਰਾਤ ਦੇ। ਔਰ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਅਵਸਥਾ ਬਣਦੀ ਹੈ ਕਿ ਉਠਤ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰ ਗਾਈਏ। ਉਹ 8 ਪੈਰ ਫਿਰ ਗੁਣ ਗਾਏ ਜਾਂਦੇ ਨੇ। ਜਦੋਂ 8 ਪੈਰ ਉਹ ਚੇਤੇ ਦੇ ਵਿੱਚ ਰਵੇ,
ਜਿਹੜਾ ਅੱਜ ਪਹਿਲਾ ਬਚਨ ਕਿਹਾ, ਜਿਤ ਪਾਰ ਬ੍ਰਹਮ ਚਿਤ ਹੈ, ਜੇ ਚੇਤੇ ਵਿੱਚ ਆ ਜਾਏ ਫਿਰ ਨਿਕਲਦਾ ਥੋੜੀ ਹੈ। ਹੁਣ ਸਾਡਾ ਘਰ ਹੈ, ਪਰਿਵਾਰ ਹੈ, ਧੀਆਂ ਪੁੱਤਰ ਨੇ, ਜਿੱਥੇ ਮਰਜ਼ੀ ਰਹੀਏ, ਸੈਂਕੜੇ ਸੈਂਕੜੇ ਹਜ਼ਾਰਾਂ ਕੋਹ ਤੇ ਬਾਹਰਲੇ ਦੇਸ਼ਾਂ 'ਚ ਜਾ ਕੇ ਲੋਕ ਰਹਿੰਦੇ ਨੇ, ਪਰ ਘਰ ਪਰਿਵਾਰ ਕਦੇ ਭੁੱਲਿਆ ਤੇ ਨਹੀਂ ਨਾ, ਚੇਤੇ ਵਿੱਚ ਹੈ ਨਾ। ਬਸ ਉਹ ਚੇਤੇ ਵਿੱਚ ਹੀ ਰਹਿਣਾ, ਅਸਲ ਵਿੱਚ ਉਹਦੇ ਗੁਣ ਗਾਉਣੇ ਨੇ, ਉਹਨੂੰ ਚੇਤੇ ਵਿੱਚ ਰੱਖਣਾ ਹੀ ਉਹਦੇ ਗੁਣ ਗਾਉਣੇ ਨੇ। ਔਰ ਗੁਣ ਗਾਉਣ ਦੇ ਢੰਗ ਤਰੀਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਤਾਂ ਬੜੇ ਸੌਖੇ ਸਾਨੂੰ ਸਮਝਾਏ। ਪ੍ਰਸ਼ਾਦਾ ਛਕਣ ਲੱਗਿਆ ਰੱਬ ਚੇਤੇ ਆਵੇ ਕਿ ਦੇਣ ਵਾਲਾ ਉਹ ਹੈ। ਘਰ ਦੇ ਵਿੱਚ ਵੜਨ ਲੱਗਿਆ, ਘਰ ਸੋਹਣਾ ਬਣਿਆ, ਅੰਦਰ ਵੜਨ ਲੱਗਿਆ ਤੈਨੂੰ ਚੇਤੇ ਆਵੇ ਕਿ ਦੇਣ ਵਾਲਾ ਉਹ ਹੈ। ਘਰ ਪਰਿਵਾਰ ਹੈ, ਖਾਣ ਪਾਣ ਵਾਸਤੇ ਮਿਲਿਆ, ਇਹਨਾਂ ਸਾਰੀਆਂ ਦਾਤਾਂ ਨੂੰ ਵੇਖ ਕੇ ਤੈਨੂੰ ਦਤਾਰ ਚੇਤੇ ਆ ਜਾਏ, ਇਹ ਤੇ ਗੁਣ ਗਾਉਣਾ ਹੈ। ਸਤਿਗੁਰੂ ਕਹਿੰਦੇ ਨੇ ਭਾਈ ਅੱਠੇ ਪੈਰ ਹੁੰਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਤੇ ਗੁਣ ਮਿਲਣਗੇ ਕਿੱਥੋਂ? ਕਹਿੰਦੇ ਗੁਰ ਪੂਰੇ ਤੇ ਪਾਈ, ਇਹ ਗੁਣ ਪੂਰੇ ਗੁਰੂ ਨੇ ਦੇਣੇ ਨੇ ਭਾਈ। ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ। ਰਹਾਓ ਪ੍ਰਭ ਕੀ ਅਕਥ ਕਹਾਣੀ, ਹੁਣ ਗੁਣ ਅੱਠੇ ਪੈਰ ਗਾਉਣੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿਤੇ ਗੁਣ ਗਾ ਕੇ ਭੁਲੇਖੇ ਵਿੱਚ ਨਾ ਜੀ ਕਿ ਮੈਂ ਸਾਰੇ ਗੁਣਾਂ ਨੂੰ ਗਾ ਲਿਆ ਹੈ, ਕਿਉਂਕਿ ਉਹ ਜਿਹੜਾ ਪ੍ਰਭੂ ਹੈ ਨਾ, ਉਹਦੀ ਕਹਾਣੀ ਕਥਨ ਤੋਂ ਬਾਹਰ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਤੇ ਇਹ ਵੀ ਮਤਾ ਸਮਝ ਲੈ ਕਿ ਜੇ ਕਥਨ ਕੀਤੀ ਨਹੀਂ ਜਾ ਸਕਦੀ ਫਿਰ ਕਥਨ ਕਰਨ ਦਾ ਫਾਇਦਾ ਕੀ, ਨਾ ਹੀ ਕਰੀਏ। ਪਹਿਲੋਂ ਬਚਨ ਗੁਰੂ ਸਾਹਿਬ ਨੇ ਕਹਿ ਦਿੱਤੇ ਨਾ ਭਾਈ ਅੱਠੇ ਪੈਰ ਉਹਨੂੰ ਚੇਤੇ ਰੱਖਣਾ ਹੈ, ਗੁਣ ਗਾਉਣੇ ਨੇ। ਪਰ ਗੁਣ ਗਾਉਣ ਦਾ ਮਤਲਬ ਇਹ ਨਹੀਂ ਕਿ ਉਹਨੂੰ ਤੂੰ ਪੂਰਨ ਤੌਰ ਤੇ ਗਾ ਲਵੇ, ਉਹ ਅਕਥ ਹੈ, ਕਥਿਆ ਨਹੀਂ ਜਾ ਸਕਦਾ। ਜਨ ਬੋਲੇ ਅੰਮ੍ਰਿਤ ਬਾਣੀ, ਕਿਉਂ ਹਰੀ ਦੇ ਜਨ ਗੁਰੂ ਕੇ ਸਿੱਖ। ਫਿਰ ਬੋਲੇ ਅੰਮ੍ਰਿਤ ਬਾਣੀ, ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ ਨੂੰ ਬੋਲਦੇ ਨੇ, ਪੜ੍ਹਦੇ ਨੇ, ਉਹਨੂੰ ਵਿਚਾਰਦੇ ਨੇ, ਵਿਚਾਰ ਕੇ ਉਸ ਮੁਤਾਬਕ ਚੱਲਦੇ ਨੇ। ਔਰ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਨੇ ਨਾਨਕ ਦਾਸ ਵਖਾਣੀ, ਇੱਥੇ ਨਾਨਕ ਦੇ ਅਰਥ ਧੰਨ ਗੁਰੂ ਅਰਜਨ ਦੇਵ ਜੀ। ਧੰਨ ਗੁਰੂ ਅਰਜਨ ਦੇਵ ਜੀ ਆਪਣੇ ਲਈ ਬਚਨ ਕਰਦੇ ਨੇ ਭਾਈ ਦਾਸ ਵਖਾਣੀ। ਇਹ ਅਸੀਂ ਜਿਹੜੀ ਵਖਾਣੀ ਜਿਹੜੀ ਗੱਲ ਕਹੀ ਹੈ ਨਾ, ਇਹ ਆਪਣੇ ਕੋਲੋਂ ਨਹੀਂ ਕਹੀ, ਫਿਰ ਕਿੱਥੋਂ ਕਹੀ? ਕਹਿੰਦੇ ਗੁਰ, ਇਹ ਪੂਰੇ ਗੁਰ ਪੂਰੇ ਤੇ ਜਾਣੀ, ਇਹ ਗੁਰੂ ਨੇ ਕਿਰਪਾ ਕਰਕੇ ਸਮਝ ਦਿੱਤੀ, ਗੁਰੂ ਨੇ ਜਣਾਈ ਤੇ ਤਾਂ ਜਾਣੀ, ਤੇ ਜੋ ਜਾਣਿਆ ਉਹ ਤੁਹਾਨੂੰ ਕਹਿ ਦਿੱਤਾ। ਹੁਣ ਇੱਥੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਭਾਈ ਜੋ ਸਾਡੀ ਸਮਝ ਵਿੱਚ ਆਇਆ, ਸਾਨੂੰ ਗੁਰੂ ਨੇ ਸਮਝਾਇਆ, ਉਹ ਅਸੀਂ ਕਿਹਾ ਹੈ। ਅੱਗੇ ਭਾਈ ਸਿੱਖੋ, ਗੁਰੂ ਕੇ ਸਿੱਖ ਤੁਸੀਂ ਹੋ, ਔਰ ਇਹਨਾਂ ਬਚਨਾਂ ਨੂੰ ਮੰਨਣਾ ਕਿ ਨਾ ਮੰਨਣਾ ਇਹ ਤੁਹਾਡੇ ਤੇ ਮੰਨੋਗੇ ਤੇ ਭਵ ਸਾਗਰ ਤੋਂ ਪਾਰ ਹੋ ਜਾਓਗੇ, ਨਾ ਮੰਨੋਗੇ ਤੇ ਫਿਰ ਮਰਜ਼ੀ ਤੁਹਾਡੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਇੰਦਾ। ਇਹ ਮਨੁੱਖਾ ਜੀਵਨ ਇੱਕ ਪੌੜੀ ਹੈ ਨਾ, ਤੇ ਜੇ ਇਹ ਤੋਂ ਖੁੰਝ ਕੇ ਫਿਰ ਆਉਣਾ ਜਾਣਾ ਫਿਰ ਪੱਕਾ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।